ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪਿਆਰੇ ਦੋਸਤੋ, ਮਿੱਤਰੋ, ਭੈਣੋ ਅਤੇ ਭਰਾਵੋ, ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। 9ਵੇਂ ਮਹਿਲੇ ਦੇ ਸ਼ਲੋਕਾਂ ਦੇ ਵਿਚਾਰ ਆਰੰਭ ਕੀਤੀ ਹੋਈ ਹੈ। 36 ਸ਼ਲੋਕਾਂ ਤੱਕ ਦੇ ਵਿਚਾਰ ਆਪਾਂ ਕਰ ਚੁੱਕੇ ਹਾਂ। ਸੋ ਅੱਜ 37 ਨੰਬਰ ਸ਼ਲੋਕ ਦੇ ਵਿਚਾਰ ਦੇ ਨਾਲ ਸਾਂਝ ਪਾਵਾਂਗੇ। 37 ਨੰਬਰ ਸ਼ਲੋਕ ਇਸ ਪ੍ਰਕਾਰ ਹੈ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ, ਛਾੜਤ ਨਾਹਿਨ ਭੀਤ। ਮਹਿਲਾ ਨੌਵਾਂ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਮਨ ਹੈ ਮਾਇਆ ਦੇ ਵਿੱਚ, ਬੁਰਾਈ ਵਿੱਚ, ਅਗਿਆਨਤਾ ਦੇ ਵਿੱਚ ਰਮ ਰਹਿਓ, ਰਮਿਆ ਹੋਇਆ ਹੈ, ਇੱਕਮਿਕ ਹੋਇਆ ਪਿਆ। ਨਿਕਸਤ ਨਾਹਿਨ ਮੀਤ, ਨਿਕਲ ਨਹੀਂ ਸਕਦਾ ਹੈ ਮਿੱਤਰ। ਨਾਨਕ ਮੂਰਤ ਚਿੱਤਰ ਜਿਉਂ, ਨਾਨਕ ਆਖਦਾ ਹੈ, ਹੇ ਨਾਨਕ ਮੂਰਤ ਚਿੱਤਰ ਜਿਉਂ, ਜਿਵੇਂ ਲਿਖਿਆ ਹੋਇਆ ਮੂਰਤ, ਲਿਖੀ ਹੋਈ ਮੂਰਤੀ, ਲਿਖੀ ਹੋਈ ਤਸਵੀਰ ਜਿਹੜੀ ਕੰਧ ਦੇ ਉੱਤੇ ਲਿਖੀ ਹੋਵੇ, ਉਕਰੀ ਹੋਵੇ। ਜਿਵੇਂ ਆਪਾਂ ਦੇਖਦੇ ਆ ਨਾ, ਪੇਂਟਰ ਪੇਂਟਿੰਗ ਕਰਦੇ ਨੇ, ਉਹ ਆ ਕੇ ਦੀਵਾਰਾਂ ਦੇ ਉੱਤੇ ਪੇਂਟ ਕਰ ਦਿੰਦੇ ਨੇ, ਕਈ ਤਰ੍ਹਾਂ ਦਾ, ਕਈ ਲਿਖ ਦਿੰਦੇ ਨੇ, ਕੁਝ ਇੱਦਾਂ ਪੁਤਲੇ ਜਿਹੇ ਬਣਾ ਦਿੰਦੇ ਨੇ ਕੰਧਾਂ ਦੇ ਉੱਤੇ। ਉਹ ਜਿਵੇਂ ਨਾਲ ਹੀ ਜੁੜੇ ਨੇ, ਵੱਖਰੇ ਨਹੀਂ ਕੀਤੇ ਜਾ ਸਕਦੇ, ਇੱਦਾਂ ਪਕੜ ਕੇ ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਮਹਿਲਾ ਨੌਵਾਂ ਜੀ ਆਖਦੇ ਨੇ, ਛਾੜਤ ਨਾਹਿਨ ਭੀਤ, ਜਿਵੇਂ ਦੀਵਾਰ ਦੇ ਉੱਤੇ, ਕੰਧ ਦੇ ਉੱਤੇ ਉਕਰੀ ਹੋਈ ਮੂਰਤ, ਲਿਖੀ ਹੋਈ ਤਸਵੀਰ, ਉਹ ਕੰਧ ਨੂੰ ਛੱਡਦੀ ਨਹੀਂ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ, ਇਹ ਬੁਰਾਈ ਨੂੰ, ਅਗਿਆਨਤਾ ਨੂੰ ਛੱਡਦਾ ਨਹੀਂ, ਤਿਆਗਦਾ ਨਹੀਂ, ਨਿਕਲਦਾ ਨਹੀਂ ਹੈ। ਇਹਦੀ ਇੱਕ ਉਦਾਹਰਨ ਮੈਂ ਆਪ ਜੀ ਦੇ ਨਾਲ ਸਾਂਝੀ ਕਰਨਾ ਚਾਹੁੰਦਾ। ਅੱਜ ਦੇ ਸੰਦਰਭ ਦੇ ਵਿੱਚ ਸਾਡੇ ਸਮਾਜ ਦੀ ਇੱਕ ਉਦਾਹਰਨ ਹੈ। ਆਮ ਕਰਕੇ ਇੱਕ ਕੋਟੇਸ਼ਨ ਜਾਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਸਿੱਖੀਜ਼ਮ ਦੇ ਵਿੱਚ ਕੇਸ ਨੇ, ਕੇਸਾਂ ਦੇ ਵਿੱਚ ਸਿੱਖੀਜ਼ਮ ਨਹੀਂ ਹੈ। ਜਦੋਂ ਅਸੀਂ ਇਹ ਗੱਲ ਸੁਣਦੇ ਹਾਂ, ਉੱਪਰੋਂ ਤੇ ਇਹ ਗੱਲ ਬੜੀ ਪ੍ਰਭਾਵਿਤ ਕਰਦੀ ਹੈ, ਪਰ ਜਦੋਂ ਅਸੀਂ ਥੋੜ੍ਹਾ ਜਿਹਾ ਇਹਨੂੰ ਗੌਰ ਨਾਲ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹਦੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ, ਸਿਵਾਏ ਮਜ਼ਹਬ ਤੋਂ, ਸਿਵਾਏ ਸਮਾਜ ਦੇ ਵਿੱਚ ਵੰਡੀਆਂ ਪੈਣ ਤੋਂ, ਦੂਰੀਆਂ ਪੈਣ ਤੋਂ, ਹੋਰ ਕੁਝ ਵੀ ਨਹੀਂ ਨਿਕਲਦਾ। ਕਿਉਂਕਿ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਕੇਸਾਂ ਦੇ ਵਿੱਚ ਸਿੱਖੀਜ਼ਮ ਨਹੀਂ, ਸਿੱਖੀਜ਼ਮ ਦੇ ਵਿੱਚ ਕੇਸ ਨੇ, ਤਾਂ ਇਸ ਤਰ੍ਹਾਂ ਤਾਂ ਫਿਰ ਜਿਹੜੇ ਸਾਡੇ ਮੋਮਨ ਭਰਾ ਨੇ, ਮੁਸਲਿਮ ਭਰਾ ਨੇ, ਉਹ ਵੀ ਇਹ ਆਖ ਸਕਦੇ ਨੇ ਕਿ ਸੁੰਨਤ ਦੇ ਵਿੱਚ ਇਸਲਾਮ ਨਹੀਂ, ਟੋਪੀ ਦੇ ਵਿੱਚ ਇਸਲਾਮ ਨਹੀਂ, ਪਰਦੇ ਵਿੱਚ, ਬੁਰਕੇ ਦੇ ਵਿੱਚ ਇਸਲਾਮ ਨਹੀਂ, ਬਲਕਿ ਇਸਲਾਮ ਦੇ ਵਿੱਚ ਬੁਰਕਾ ਹੈ, ਇਸਲਾਮ ਦੇ ਵਿੱਚ ਟੋਪੀ ਹੈ, ਇਸਲਾਮ ਦੇ ਵਿੱਚ ਸੁੰਨਤ ਹੈ। ਫਿਰ ਤੇ ਉਹ ਵੀ ਸਹੀ ਹੋ ਗਏ, ਕਿਉਂਕਿ ਉਹਨਾਂ ਦਾ ਆਪਣਾ ਇੱਕ ਮਜ਼ਹਬ ਹੈ। ਇਸੇ ਤਰ੍ਹਾਂ ਬ੍ਰਾਹਮਣ ਇਹ ਆਖ ਸਕਦਾ ਹੈ ਕਿ ਧੋਤੀ ਦੇ ਵਿੱਚ ਬ੍ਰਾਹਮਣਿਜ਼ਮ ਨਹੀਂ, ਬੋਧੀ ਦੇ ਵਿੱਚ, ਤਿਲਕ ਦੇ ਵਿੱਚ, ਜਨੇਊ ਦੇ ਵਿੱਚ ਬ੍ਰਾਹਮਣਿਜ਼ਮ ਨਹੀਂ, ਬਲਕਿ ਬ੍ਰਾਹਮਣਿਜ਼ਮ ਦੇ ਵਿੱਚ ਧੋਤੀ, ਬੋਧੀ, ਤਿਲਕ ਤੇ ਜਨੇਊ ਹੈ। ਫਿਰ ਤਾਂ ਉਹਦਾ ਵੀ ਆਪਣਾ ਮਜ਼ਹਬ ਸਹੀ ਹੋ ਗਿਆ। ਇਸੇ ਤਰ੍ਹਾਂ ਜੋਗੀ ਵੀ ਆਖ ਸਕਦਾ ਕਿ ਡੰਡੇ ਦੇ ਵਿੱਚ ਜੋਗ ਨਹੀਂ, ਮੁੰਦਰਾਂ ਦੇ ਵਿੱਚ, ਸੁਆਹ ਦੇ ਵਿੱਚ ਜੋਗ ਨਹੀਂ, ਬਲਕਿ ਜੋਗ ਦੇ ਵਿੱਚ ਮੁੰਦਰਾਂ, ਡੰਡਾ ਤੇ ਸੁਆਹ ਹੈ। ਫਿਰ ਤੇ ਉਹਦਾ ਵੀ ਆਪਣਾ ਇੱਕ ਮਜ਼ਹਬ ਜਿਹੜਾ ਉਹ ਠੀਕ ਹੋ ਗਿਆ, ਉਹ ਗਲਤ ਤੇ ਨਹੀਂ ਹੋਇਆ ਨਾ। ਹੁਣ ਇਸੇ ਤਰ੍ਹਾਂ ਸਾਡੇ ਲੋਕ ਕਹਿ ਰਹੇ ਨੇ ਕਿ ਸਿੱਖੀਜ਼ਮ ਦੇ ਵਿੱਚ ਕੇਸ ਨੇ, ਸਿੱਖੀਜ਼ਮ ਦੇ ਵਿੱਚ ਕਿਰਪਾਨ ਹੈ, ਸਿੱਖੀਜ਼ਮ ਦੇ ਵਿੱਚ ਕੜਾ ਹੈ, ਪਰ ਕੜੇ ਦੇ ਵਿੱਚ ਸਿੱਖੀਜ਼ਮ ਨਹੀਂ ਹੈ, ਕਿਰਪਾਨ ਦੇ ਵਿੱਚ ਸਿੱਖੀਜ਼ਮ ਨਹੀਂ ਹੈ, ਕੇਸਾਂ ਦੇ ਵਿੱਚ ਸਿੱਖੀਜ਼ਮ ਨਹੀਂ ਹੈ। ਫਿਰ ਆਪਾਂ ਵੀ ਇੱਕ ਮਜ਼ਹਬ ਬਣਾ ਲਿਆ। ਜਿਵੇਂ 3 ਮਜ਼ਹਬ ਪਹਿਲਾਂ ਹੀ ਸੀ, ਅਸੀਂ ਚੌਥਾ ਖੜਾ ਕਰ ਲਿਆ। ਪਰ ਜਦੋਂ ਕਿ ਸਾਡੇ ਪਾਤਸ਼ਾਹਾਂ ਨੇ, ਸਾਡੇ ਬਾਬਿਆਂ ਨੇ ਕੋਈ ਮਜ਼ਹਬ ਨਹੀਂ ਖੜਾ ਕੀਤਾ, ਬਲਕਿ ਉਹਨਾਂ ਨੇ ਤੇ ਗੱਲ ਇਨਸਾਨੀਅਤ ਦੀ ਕਰੀ ਹੈ। ਚਾਹੀਦਾ ਤੇ ਇਹ ਕਹਿਣਾ ਸੀ ਕਿ ਮਨੁੱਖ ਦੇ ਵਿੱਚ ਇਨਸਾਨੀਅਤ ਚਾਹੀਦੀ ਹੈ, ਮਨੁੱਖ ਦੇ ਵਿੱਚ ਚੰਗਿਆਈਆਂ ਚਾਹੀਦੀਆਂ ਨੇ, ਮਨੁੱਖ ਦੇ ਵਿੱਚ ਗੁਣ ਚਾਹੀਦੇ ਨੇ, ਕਿਉਂਕਿ ਗੁਣ, ਚੰਗਿਆਈਆਂ, ਇਨਸਾਨੀਅਤ ਹੀ ਮਨੁੱਖ ਦਾ ਮੂਲ ਨੇ। ਕਹਿਣਾ ਤੇ ਇਹ ਚਾਹੀਦਾ ਸੀ। ਜਦੋਂ ਅਸੀਂ ਇਸ ਤਰ੍ਹਾਂ ਕਹਿੰਦੇ ਤੇ ਇਸ ਤਰ੍ਹਾਂ ਅਸੀਂ ਸਾਰੇ ਇੱਕ ਹੋ ਜਾਂਦੇ। ਊਚ ਨੀਚ ਦਾ, ਵੈਰ ਵਿਰੋਧ ਦਾ, ਕੋਈ ਭੇਦ ਭਾਵ ਦਾ ਫਰਕ ਹੀ ਨਾ ਰਹਿ ਜਾਂਦਾ।
ਪਰ ਜਦੋਂ ਇੱਕ 3 ਮਜ਼ਹਬ ਪਹਿਲਾਂ ਹੀ ਨੇ, ਅਸੀਂ ਚੌਥਾ ਖੜਾ ਆਪਣੇ ਆਪ ਹੀ ਆਪਣੀਆਂ ਗੱਲਾਂ 'ਚੋਂ ਜਦੋਂ ਕਰ ਲਿਆ ਤੇ ਉਹਦੇ ਨਾਲ ਵੰਡੀਆਂ ਹੀ ਪਈਆਂ। ਸਾਡੇ ਵਿੱਚ ਪਿਆਰ ਨਹੀਂ ਵਧਿਆ, ਮੁਹੱਬਤ ਨਹੀਂ ਵਧੀ। ਪਰ ਜਦੋਂ ਅਸੀਂ ਇਹ ਆਖਾਂਗੇ ਵੀ ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਿੱਥੇ ਗਿਆਨ ਹੈ, ਜਿੱਥੇ ਅਕਲ ਹੈ, ਜਿੱਥੇ ਸਮਝ ਹੈ, ਜਿੱਥੇ ਵਿਵੇਕ ਬੁੱਧ ਹੈ, ਉੱਥੇ ਧਰਮ, ਉੱਥੇ ਇਨਸਾਨੀਅਤ, ਉੱਥੇ ਸੱਚ ਹੈ। ਜਹਾਂ ਝੂਠ ਤਹਾਂ ਪਾਪ, ਜਿੱਥੇ ਝੂਠ ਹੈ ਉੱਥੇ ਪਾਪ, ਉੱਥੇ ਬੁਰਾਈਆਂ ਨੇ। ਸੋ ਇਸ ਕਰਕੇ ਇਹ ਜਿਹੜੀ ਸਟੇਟਮੈਂਟ ਹੈ ਇਹ ਬੜੀ ਖਤਰਨਾਕ ਹੈ ਸਾਡੇ ਲਈ ਕਿ ਸਿੱਖ ਇਜ਼ਮ ਦੇ ਵਿੱਚ ਕੇਸ ਨੇ, ਕੇਸਾਂ ਦੇ ਵਿੱਚ ਸਿੱਖ ਇਜ਼ਮ ਨਹੀਂ। ਜੋਗੀ ਵੀ ਆਖ ਸਕਦਾ ਹੈ ਕਿ ਜੋਗ ਦੇ ਵਿੱਚ ਮੁੰਦਰਾਂ ਸੁਆਹ ਤੇ ਡੰਡਾ ਹੈ, ਡੰਡਾ ਮੁੰਦਰਾਂ ਤੇ ਸੁਆਹ ਦੇ ਵਿੱਚ ਜੋਗ ਨਹੀਂ। ਸੋ ਸਾਨੂੰ ਇਹ ਜਿਹੜੀ ਸਟੇਟਮੈਂਟ ਹੈ ਇਹ ਥੋੜ੍ਹੀ ਸਮਝ ਕੇ ਵਰਤਣੀ ਚਾਹੀਦੀ ਹੈ, ਸਮਝ ਕੇ ਸਮਾਜ ਨੂੰ ਦੇਣੀ ਚਾਹੀਦੀ ਹੈ। ਸੋ ਸਾਡੇ ਬਾਬਿਆਂ ਨੇ, ਸਾਡੇ ਪਾਤਸ਼ਾਹਾਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਜ਼ਹਬ ਖੜਾ ਨਹੀਂ ਕੀਤਾ। ਉਹਨਾਂ ਨੇ ਗੱਲ ਇਨਸਾਨੀਅਤ ਦੀ ਕੀਤੀ ਹੈ, ਗੱਲ ਉਹਨਾਂ ਨੇ ਸੱਚਿਆਰ ਬਣਨ ਦੀ ਕੀਤੀ ਹੈ। ਸੱਚਿਆਰ ਬਣਿਆ ਜਾਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜੋ ਕੁਦਰਤ ਦੇ ਵਿੱਚ, ਇਹ ਬ੍ਰਹਿਮੰਡ ਦੇ ਵਿੱਚ, ਯੂਨੀਵਰਸ ਦੇ ਵਿੱਚ ਜੋ ਨਿਯਮ, ਜੋ ਸਿਧਾਂਤ, ਜੋ ਹੁਕਮ ਵਰਤ ਰਿਹਾ ਹੈ ਉਸ ਨੂੰ ਸਮਝ ਕੇ ਅਸੀਂ ਆਪਣੇ ਜੀਵਨ ਨੂੰ ਬਿਹਤਰ ਬਣਾਈਏ। ਜੀਵਨ ਦੇ ਵਿੱਚ ਵਿਵੇਕ ਦੀ ਵਰਤੋਂ ਕਰਕੇ ਗੁਣ ਲਈਏ ਅਤੇ ਔਗਣਾਂ ਦਾ ਤਿਆਗ ਕਰਕੇ ਸੱਚਿਆਰ ਬਣੀਏ। ਜੇ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਜੀਵਨ ਜੀਵਾਂਗੇ ਤਾਂ ਅਸੀਂ ਜਿਹੜਾ ਹੈ ਸੱਚਾਈ ਦੇ ਮਾਰਗ ਦੇ ਉੱਤੇ ਤੁਰ ਸਕਦੇ ਹਾਂ। ਅਸੀਂ ਸਮਾਜ ਦੇ ਵਿੱਚ ਜਿਹੜੀ ਹੈ ਉਹ ਭੇਦਭਾਵ, ਊਚ ਨੀਚ ਦੀ ਜਿਹੜੀ ਵਿਵਸਥਾ ਹੈ ਉਸ ਤੋਂ ਉੱਪਰ ਉੱਠ ਸਕਦੇ ਹਾਂ। ਪਰ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਤਾਂ ਫਿਰ ਸਾਡੀ ਹਾਲਤ ਉਹੀ ਰਹਿਣੀ ਹੈ ਕਿ ਜਿਵੇਂ ਕੰਧ ਦੇ ਵਿੱਚ ਉਕਰੀ ਹੋਈ ਮੂਰਤ, ਲਿਖੀ ਹੋਈ ਤਸਵੀਰ ਅਲੱਗ ਨਹੀਂ ਹੁੰਦੀ, ਇਸੇ ਤਰ੍ਹਾਂ ਹੀ ਅਸੀਂ ਵੀ ਮਜ਼ਹਬਾਂ ਦੇ ਵਿੱਚ ਵੜ ਗਏ ਹਾਂ ਤੇ ਅਸੀਂ ਹੁਣ ਮਜ਼ਹਬਾਂ ਨੂੰ ਛੱਡਣਾ ਨਹੀਂ ਚਾਹੁੰਦੇ। ਇਨਸਾਨੀਅਤ ਜੋ ਸੱਚਾ ਧਰਮ ਹੈ ਸਾਰਿਆਂ ਦੇ ਲਈ, ਉਧਰ ਵੱਲ ਨੂੰ ਅਸੀਂ ਆਪਣੇ ਕਦਮ ਵਧਾਉਣਾ ਨਹੀਂ ਚਾਹੁੰਦੇ। ਸੋ ਸਾਨੂੰ ਉਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ। ਅੱਜ ਦੇ ਇਸ ਸੰਦਰਭ ਦੇ ਵਿੱਚ ਮੈਂ ਗੱਲ ਕੀਤੀ ਹੈ, ਮਹਿਲਾ ਨੋਮਾ ਜੀ ਕਹਿ ਰਹੇ ਨੇ ਕਿ ਮਨ ਜਿਹੜਾ ਉਹ ਮਾਇਆ ਵਿੱਚ ਰਮਿਆ ਹੋਇਆ। ਇਸੇ ਤਰ੍ਹਾਂ ਅਸੀਂ ਮਜ਼ਹਬਾਂ ਦੇ ਵਿੱਚ ਰਮੇ ਹੋਏ ਹਾਂ। ਨਿਕਸਤ ਨਾਹਿਨ ਮੀਤ, ਜਿਵੇਂ ਉਹ ਨਿਕਲ ਨਹੀਂ ਸਕਦਾ ਅਸੀਂ ਵੀ ਨਿਕਲ ਨਹੀਂ ਸਕਦੇ, ਇੰਨੇ ਕੁ ਵਿੱਚ ਖੁੱਭ ਚੁੱਕੇ ਹਾਂ, ਫਸ ਚੁੱਕੇ ਹਾਂ। ਨਾਨਕ ਮੂਰਤ ਚਿੱਤਰ ਜਿਉਂ ਛੱਡਤ ਨਾਹਿਨ ਭੀਤ, ਜਿਵੇਂ ਉਕਰੀ ਹੋਈ ਤਸਵੀਰ, ਲਿਖੀ ਹੋਈ ਤਸਵੀਰ, ਮੂਰਤ ਕੰਧ ਨੂੰ ਨਹੀਂ ਛੱਡਦੀ, ਇਸੇ ਤਰ੍ਹਾਂ ਅਸੀਂ ਮਜ਼ਹਬਾਂ ਨੂੰ ਨਹੀਂ ਛੱਡਣਾ ਚਾਹੁੰਦੇ। ਸੋ ਥੋੜ੍ਹਾ ਜਿਹਾ ਵਿਚਾਰ ਕਰੀਏ, ਸੋਚੀਏ, ਸਮਝੀਏ, ਮਜ਼ਹਬਾਂ ਨੂੰ ਛੱਡ ਕੇ ਸੱਚ ਧਰਮ, ਇਨਸਾਨੀਅਤ ਵਾਲਾ ਜਿਹੜਾ ਧਰਮ ਹੈ ਉਸ ਨੂੰ ਕਬੂਲੀਏ, ਉਹਨੂੰ ਪਸੰਦ ਕਰੀਏ, ਉਸ ਪਾਸੇ ਤੁਰੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।